गुरु की प्यारी साध संगत जी, श्री गुरु रामदास जी जिन्हां दा पहला नाम जेठा जी सी, लाहौर तो संगत दे नाल गोਇੰਦਵਾਲ श्री गुरु अमरदास जी दे दर्शन वास्ते आए। संगत भावें दर्शन करके वापस लाहौर चली गई, पर आप जी लंगर दी सेवा बड़े प्रेम नाल रात दिन एक करके करन लगे। ਜਿਹੜਾ ਕੰਮ ਕੋਈ ਆਖਦਾ ਉਸ ਨੂੰ ਸ਼ੀਘਰ ਹੀ ਗੁਰੂ ਜੀ ਦਾ ਹੁਕਮ ਸਮਝ ਕੇ ਬੜੇ ਪ੍ਰੇਮ ਨਾਲ ਸੋਹਣੀ ਤਰ੍ਹਾਂ ਕਰਦੇ। ਇਸ ਤਰ੍ਹਾਂ ਹੀ ਨਿਸ਼ਕਾਮ ਸੇਵਾ ਵਿੱਚ ਕੁਝ ਸਮਾਂ ਆਪ ਜੀ ਦਾ ਬਤੀਤ ਹੋ ਗਿਆ। ਜਦ ਆਪ ਜੀ ਦੀ ਨਿਸ਼ਕਾਮ ਸੇਵਾ ਨੂੰ ਮੇਵਾ ਲੱਗਣ ਦਾ ਸਮਾਂ ਆ ਗਿਆ, ਤਦ ਇੱਕ ਦਿਨ ਬੀਬੀ ਭਾਨੀ ਦੀ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਬੀਬੀ ਭਾਨੀ ਮੁਟਿਆਰ ਹੋ ਗਈ ਹੈ, ਇਸ ਵਾਸਤੇ ਕੋਈ ਹਾਣ ਪਰਵਾਣ ਦਾ ਚੰਗਾ ਬਰ ਲੱਭਣਾ ਚਾਹੀਦਾ ਹੈ। ਦੇਵਨੇਤ ਉਸ ਸਮੇਂ ਸ੍ਰੀ ਜੇਠਾ ਜੀ ਕਾਰ ਸੇਵਾ ਵਿੱਚ ਮਗਨ ਉੱਥੋਂ ਲੰਘ ਰਹੇ ਸਨ। ਮਾਤਾ ਜੀ ਨੇ ਇਹਨਾਂ ਵੱਲ ਇਸ਼ਾਰਾ ਕਰਕੇ ਗੁਰੂ ਜੀ ਨੂੰ ਆਖਿਆ, ਲੜਕਾ ਇਸ ਲੜਕੇ ਵਰਗਾ ਐਡਾ ਕੁ ਹੋਣਾ ਚਾਹੀਦਾ ਹੈ। ਤਦ ਗੁਰੂ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਇਸ ਲੜਕੇ ਨੂੰ ਬੁਲਾ ਲਿਆਓ। ਜਦ ਸੇਵਾਦਾਰ ਸ੍ਰੀ ਜੇਠਾ ਜੀ ਨੂੰ ਸੱਦ ਲਿਆਇਆ ਤਾਂ ਗੁਰੂ ਜੀ ਨੇ ਇਹਨਾਂ ਦੀ ਜਾਤ ਪਾਤ ਅਤੇ ਨਾਮ ਠਾਮ ਪੁੱਛ ਕੇ ਬੀਬੀ ਭਾਨੀ ਜੀ ਦੀ ਮਾਤਾ ਨੂੰ ਆਖਿਆ ਕਿ ਇਸ ਲੜਕੇ ਵਰਗਾ ਇਹੀ ਲੜਕਾ ਹੈ, ਇਹ ਜੋਗਵਰ ਹੈ। ਉਪਰੰਤ ਗੁਰੂ ਜੀ ਨੇ ਸ੍ਰੀ ਜੇਠਾ ਜੀ ਨਾਲ ਬੀਬੀ ਭਾਨੀ ਦੀ ਸਗਾਈ ਕਰ ਦਿੱਤੀ ਅਤੇ ਫਿਰ ਜੋਗ ਸਮਾਂ ਵਿਚਾਰ ਕੇ ਵਿਆਹ ਕਰ ਦਿੱਤਾ। ਵਿਆਹ ਉਪਰੰਤ ਸ੍ਰੀ ਜੇਠਾ ਜੀ ਪਹਿਲੇ ਵਾਂਗ ਹੀ ਗੁਰੂ ਜੀ ਦੀ ਸੇਵਾ ਵਿੱਚ ਲੱਗੇ ਰਹੇ। ਗੁਰੂ ਸਾਹਿਬ ਜੀ ਨੇ ਇੱਕ ਦਿਨ ਭਾਈ ਪਾਰੋ ਨੂੰ ਆਖਿਆ ਕਿ ਸੰਗਤਾਂ ਦੇ ਇਸ਼ਨਾਨ ਪਾਉਣ ਵਾਸਤੇ ਇੱਥੇ ਅਸੀਂ ਇੱਕ ਵੌਲੀ ਲਾਉਣੀ ਚਾਹੁੰਦੇ ਹਾਂ। ਇਸ ਵਾਸਤੇ ਸੰਗਤਾਂ ਵੱਲ ਹੁਕਮਨਾਮੇ ਭੇਜ ਦਿਓ ਕਿ ਇਸ ਆਉਣ ਵਾਲੀ ਕੱਤਕ ਦੀ ਪੂਰਨਮਾਸੀ ਤੋਂ ਪਹਿਲਾਂ ਇੱਥੇ ਪੁੱਜ ਜਾਣ। ਪੂਰਨਮਾਸੀ ਵਾਲੇ ਦਿਨ ਬੌਲੀ ਦੀ ਪਟਾਈ ਆਰੰਭ ਕਰ ਦਿੱਤੀ ਜਾਵੇਗੀ। ਆਗਿਆ ਅਨੁਸਾਰ ਭਾਈ ਪਾਰੋ ਨੇ ਦੂਰ ਨੇੜੇ ਦੀਆਂ ਸਭ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਅਤੇ ਨਿਜਮ ਦਿਨ ਉੱਤੇ ਸੰਗਤਾਂ ਗੋਇੰਦਵਾਲ ਆਣ ਇਕੱਠੀਆਂ ਹੋਈਆਂ। ਸਭ ਨੇ ਜਥਾ ਸ਼ਕਤ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪੂਰਨਮਾਸੀ ਵਾਲੇ ਦਿਨ ਸ੍ਰੀ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਆਰਾਧਨਾ ਕਰਕੇ ਭਾਈ ਬੁੱਢਾ ਜੀ ਤੋਂ ਟੱਕ ਲਵਾ ਕੇ ਬੌਲੀ ਦੀ ਕਾਰ ਪਟਾਈ ਆਰੰਭ ਕਰ ਦਿੱਤੀ। ਕੁਝ ਸੰਗਤਾਂ ਮਿੱਟੀ ਪੁੱਟ ਕੇ ਟੋਕਰੀਆਂ ਭਰੀ ਜਾਂਦੀਆਂ ਅਤੇ ਕੁਝ ਟੋਕਰੀਆਂ ਚੁੱਕ ਕੇ ਦਰਿਆ ਵਾਲੇ ਪਾਸੇ ਸੁੱਟੀ ਜਾਂਦੀਆਂ। ਬੌਲੀ ਦੀ ਕਾਰ ਸੰਗਤਾਂ ਬੜੇ ਪ੍ਰੇਮ ਨਾਲ ਕਰ ਰਹੀਆਂ ਸਨ। ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਸਿੱਖ ਬੜੇ ਉਤਸ਼ਾਹ ਨਾਲ ਦੂਰ ਦੂਰ ਤੋਂ ਆਉਣ ਲੱਗੇ। ਇਸ ਤਰ੍ਹਾਂ ਹੀ ਕਾਬਲ ਵਿੱਚ ਇੱਕ ਨੇਮੀ ਪ੍ਰੇਮੀ ਸਿੱਖ ਦੀ ਪਤੀਬ੍ਰਤਾ ਇਸਤਰੀ ਨੂੰ ਪਤਾ ਲੱਗਾ ਤਾਂ ਉਹ ਪਤੀਬ੍ਰਤਾ ਸ਼ਕਤੀ ਦੇ ਬਲ ਕਰਕੇ ਕਾਬਲ ਤੋਂ ਰੋਜ਼ ਸਵੇਰੇ ਆਣ ਕੇ ਕਾਰ ਸੇਵਾ ਕਰਦੀ ਅਤੇ ਸੰਧਿਆ ਸਮੇਂ ਫਿਰ ਵਾਪਸ ਆਪਣੇ ਘਰ ਕਾਬਲ ਪਹੁੰਚ ਜਾਂਦੀ। ਕੁਝ ਸਿੱਖਾਂ ਨੇ ਵੇਖਿਆ ਕਿ ਇਹ ਮਾਈ ਸੇਵਾ ਕਰਦੀ ਹੋਈ ਕਦੀ ਕਦੀ ਹੱਥ ਨਾਲ ਹੁਲਾਰਾ ਮਾਰ ਦਿੰਦੀ ਹੈ। ਜਦ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਤਾਂ ਇੱਕ ਦਿਨ ਸਿੱਖਾਂ ਨੇ ਗੁਰੂ ਜੀ ਨੂੰ ਕਿਹਾ ਕਿ ਮਹਾਰਾਜ, ਇੱਕ ਮਾਈ ਰੋਜ਼ ਸਵੇਰੇ ਆਣ ਕੇ ਸੰਗਤਾਂ ਨਾਲ ਮਿਲ ਕੇ ਕਾਰ ਸੇਵਾ ਕਰਦੀ ਰਹਿੰਦੀ ਹੈ ਅਤੇ ਸੰਧਿਆ ਸਮੇਂ ਸਾਰਿਆਂ ਦੇ ਵੇਖਦਿਆਂ ਹੀ ਗਾਇਬ ਹੋ ਜਾਂਦੀ ਹੈ। ਇੱਕ ਹੋਰ ਗੱਲ ਵੀ ਇਹ ਮਾਈ ਕਰਦੀ ਹੈ ਕਿ ਕਾਰ ਕਰਦੀ ਆਪਣੇ ਹੱਥ ਫੈਲਾ ਕੇ ਫਿਰ ਪਿੱਛੇ ਕਰ ਲੈਂਦੀ ਹੈ ਅਤੇ ਇਹੋ ਜਾਪਦਾ ਹੈ ਜਿਉਂ ਕਿਸੇ ਚੀਜ਼ ਨੂੰ ਹਿਲਾਉਣਾ ਦਿੰਦੀ ਹੈ। ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਮਾਈ ਕੌਣ ਹੈ। ਸਿੱਖਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਮਾਈ ਨੂੰ ਸੱਦ ਕੇ ਪੁੱਛਿਆ ਕਿ ਤੂੰ ਕਿੱਥੋਂ ਆਉਂਦੀ ਹੈ ਅਤੇ ਕੰਮ ਕਰਦੀ ਹੱਥ ਨਾਲ ਕਿਸ ਚੀਜ਼ ਨੂੰ ਹਿਲਾਉਂਦੀ ਹੈ। ਮਾਈ ਨੇ ਦੱਸਿਆ, ਮਹਾਰਾਜ, ਮੈਂ ਸਵੇਰੇ ਕਾਬਲ ਤੋਂ ਆਉਂਦੀ ਹਾਂ
ਅਤੇ ਕਾਰ ਸੇਵਾ ਕਰਕੇ ਸ਼ਾਮ ਨੂੰ ਘਰ ਚਲੀ ਜਾਂਦੀ ਹਾਂ। ਗੁਰੂ ਜੀ ਨੇ ਕਿਹਾ, ਇਹ ਸ਼ਕਤੀ ਤੂੰ ਕਿੱਥੋਂ ਲਈ ਹੈ? ਮਾਈ ਨੇ ਕਿਹਾ, ਮਹਾਰਾਜ, ਮੈਂ ਆਪਣੇ ਪਤੀਬ੍ਰਤਾ ਧਰਮ ਨਾਲ ਪ੍ਰਾਪਤ ਕੀਤੀ ਹੈ। ਇਸ ਦੇ ਬਲ ਨਾਲ ਹੀ ਮੈਂ ਕਾਬਲ ਤੋਂ ਆਉਂਦੀ ਅਤੇ ਜਾਂਦੀ ਹਾਂ। ਸਵੇਰੇ ਆਉਣ ਲੱਗੀ ਮੈਂ ਆਪਣੇ ਛੋਟੇ ਬੱਚੇ ਨੂੰ ਪੰਘੂੜੇ ਵਿੱਚ ਸਵਾ ਆਉਂਦੀ ਹਾਂ ਅਤੇ ਫਿਰ ਇੱਥੋਂ ਹੱਥ ਮਾਰ ਕੇ ਪੰਘੂੜੇ ਨੂੰ ਹਿਲਾਉਂਦੀ ਰਹਿੰਦੀ ਹਾਂ, ਜਿਸ ਨਾਲ ਉਹ ਸੁੱਤਾ ਰਹਿੰਦਾ ਹੈ ਅਤੇ ਖੇਡਦਾ ਰਹਿੰਦਾ ਹੈ। ਮਾਈ ਪਾਸੋਂ ਸਾਰਾ ਪ੍ਰਸੰਗ ਸੁਣ ਕੇ ਸਿੱਖਾਂ ਨੇ ਮਾਈ ਨੂੰ ਧੰਨ ਧੰਨ ਆਖਿਆ ਅਤੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਪਤੀ ਪਤਨੀ ਦਾ ਹਲਤ ਪਲਤ ਸਵਾਰ ਦਿੱਤਾ। ਬੌਲੀ ਦੀ ਪਟਾਈ ਜਦ ਪਾਣੀ ਤੱਕ ਪਹੁੰਚ ਗਈ ਤਾਂ ਅੱਗੇ ਰੋੜਾਂ ਦਾ ਕੜ ਆ ਗਿਆ। ਇਸ ਕੜ ਨੂੰ ਮਾਣਕ ਚੰਦ ਪੱਥਰੀਏ ਖੱਤਰੀਏ ਨੇ ਜਦ ਮਿਹਨਤ ਨਾਲ ਤੋੜ ਦਿੱਤਾ ਤਾਂ ਕੜ ਦੇ ਟੁੱਟਣ ਨਾਲ ਹੇਠੋਂ ਇੱਕਦਮ ਹੀ ਪਾਣੀ ਬਹੁਤ ਜ਼ੋਰ ਨਾਲ ਉੱਪਰ ਉੱਠਿਆ, ਜਿਸ ਵਿੱਚ ਮਾਣਕ ਚੰਦ ਡੁੱਬ ਗਿਆ। ਸਿੱਖ ਉਸਦੇ ਸੁਹਾਸਹੀਣ ਸਰੀਰ ਨੂੰ ਪਾਣੀ ਵਿੱਚੋਂ ਕੱਢ ਕੇ ਗੁਰੂ ਜੀ ਪਾਸ ਲੈ ਆਏ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜੇਕਰ ਇਹ ਮਾਣਕ ਹੈ ਤਾਂ ਮਰੇਗਾ ਨਹੀਂ। ਫਿਰ ਆਪ ਜੀ ਨੇ ਆਪਣਾ ਸੱਜਾ ਪੈਰ ਮਾਣਕ ਚੰਦ ਦੇ ਮੱਥੇ ਤੇ ਲਾ ਕੇ ਆਖਿਆ, ਉੱਠ ਮਾਣਕ, ਸਤਨਾਮ ਆਖ। ਇਸ ਬਚਨ ਨਾਲ ਮਾਣਕ ਚੰਦ ਇਸ ਤਰ੍ਹਾਂ ਉੱਠ ਕੇ ਬੈਠ ਗਿਆ ਜਿਸ ਤਰ੍ਹਾਂ ਸੁੱਤਾ ਹੋਇਆ ਉੱਠਿਆ ਹੈ। ਉਸ ਦਿਨ ਤੋਂ ਗੁਰੂ ਜੀ ਨੇ ਉਸ ਦਾ ਨਾਮ ਜੀਵੜਾ ਰੱਖ ਦਿੱਤਾ। ਬਹਿਰੋਵਾਲ ਵਿੱਚ ਇਸ ਦੀ ਅਸ ਦੇ ਜੋੜ ਵਾਵੇ ਪ੍ਰਸਿੱਧ ਹਨ। ਜਦ ਬੌਲੀ ਤਿਆਰ ਹੋ ਗਈ ਤਾਂ ਗੁਰੂ ਜੀ ਨੇ ਇਸ ਦੀਆਂ 84 ਪੌੜੀਆਂ ਗਿਣ ਕੇ ਬਚਨ ਕੀਤਾ ਕਿ ਜਿਹੜਾ ਨਰ ਨਾਰੀ ਇਹਨਾਂ 84 ਪੌੜੀਆਂ ਉੱਤੇ ਬੌਲੀ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਦੇ 84 ਪਾਠ ਕਰੇਗਾ, ਉਸ ਦੀ ਜਨਮ ਮਰਨ ਦੀ 84 ਕੱਟੀ ਜਾਵੇਗੀ। ਜਦ ਸਿੱਖਾਂ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਬੜੇ ਉਤਸ਼ਾਹ ਨਾਲ ਬੌਲੀ ਵਿੱਚ ਇਸ਼ਨਾਨ ਕਰਕੇ ਹਰ ਇੱਕ ਪੌੜੀ ਉੱਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਦੇ ਇਹਨਾਂ ਬਚਨਾਂ ਦੀ ਪਾਲਣਾ ਸਿੱਖ ਮਾਈ ਭਾਈ ਅੱਜ ਤੱਕ ਬੜੇ ਪ੍ਰੇਮ ਤੇ ਸ਼ਰਧਾ ਨਾਲ ਕਰਕੇ ਆਪਣਾ ਜਨਮ ਮਰਨ ਸਫਲਾ ਕਰਦੇ ਹਨ। ਇੱਕ ਦਿਨ ਭਾਈ ਪਾਰੋ ਨੇ ਬੇਨਤੀ ਕੀਤੀ, ਮਹਾਰਾਜ, ਦੂਰ ਦੂਰ ਤੋਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਅੱਗੇ ਪਿੱਛੇ ਹੋ ਕੇ ਵੱਖ-ਵੱਖ ਸਮਿਆਂ ਤੇ ਆਉਂਦੀਆਂ ਹਨ, ਜਿਸ ਕਰਕੇ ਸਾਰੀ ਸੰਗਤ ਦਾ ਇੱਕ ਦੂਜੇ ਨਾਲ ਮੇਲ ਮਿਲਾਪ ਤੇ ਜਾਣ ਪਛਾਣ ਨਹੀਂ ਹੁੰਦੀ। ਇਸ ਕਰਕੇ ਸੰਗਤਾਂ ਦੇ ਇਕੱਠ ਵਾਸਤੇ ਇੱਕ ਦਿਨ ਨਿਯਮ ਕਰਕੇ ਸਭ ਨੂੰ ਸੱਦਾ ਪੱਤਰ ਭੇਜਣੇ ਚਾਹੀਦੇ ਹਨ। ਇਸ ਨਾਲ ਸੰਗਤ ਦਾ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਤੇ ਸਿੱਖੀ ਸੰਬੰਧ ਵਧੇਗਾ। ਗੁਰੂ ਜੀ ਨੇ ਕਿਹਾ, ਇਹ ਤੇਰਾ ਵਿਚਾਰ ਠੀਕ ਹੈ। ਸਭ ਸੰਗਤਾਂ ਨੂੰ ਚਿੱਠੀਆਂ ਲਿਖ ਦਿਓ ਕਿ ਸਾਰੇ ਵਿਸਾਖੀ ਵਾਲੇ ਦਿਨ ਇੱਥੇ ਆਓ। ਆਗਿਆ ਅਨੁਸਾਰ ਹੁਕਮਨਾਮੇ ਲਿਖੇ ਗਏ, ਜਿਨ੍ਹਾਂ ਨੂੰ ਪੜ੍ਹ ਕੇ ਬੇਅੰਤ ਦੂਰ ਨੇੜੇ ਦੀਆਂ ਸੰਗਤਾਂ ਗੋਇੰਦਵਾਲ ਪਹੁੰਚ ਗਈਆਂ। ਅਤੁੱਟ ਲੰਗਰ ਬਿਨਾਂ ਜਾਤ ਪਾਤ ਦੇ ਭਰਮ ਦੇ ਪੰਗਤਾਂ ਵਿੱਚ ਬਿਠਾਲ ਕੇ ਸੰਗਤਾਂ ਨੂੰ ਵਰਤਣ ਲੱਗਾ। ਆਪਸ ਵਿੱਚ ਮੇਲ ਮਿਲਾਪ ਕਰਕੇ ਸੰਗਤਾਂ ਵਿੱਚ ਬੜਾ ਉਤਸ਼ਾਹ ਤੇ ਪ੍ਰੇਮ ਪਿਆਰ ਵਧਿਆ। ਤਦੋਂ ਤੋਂ ਗੋਇੰਦਵਾਲ ਵਿਸਾਖੀ ਦਾ ਮੇਲਾ ਲੱਗਦਾ ਆ ਰਿਹਾ ਹੈ।